चैनल पंजाबी देख रहे दर्शकों का प्रोग्राम फ्रंट लाइन के दूजे हिस्से में बहुत बहुत स्वागत। दोस्तों अज असी बहुत ही महत्वपूर्ण विषय बारे तुहाडे नाल गलबात करनी है। विषय असीं पहलां भी तुहाडे नाल साझा कर चुके हैं, पर साडे सारिਆਂ ਦੇ ਨਾਲ ਇਹਦਾ वाह वास्ता पैंदा, खास कर उन्हां लोकां दे नाल जिन्हां दा जन्म पंजाब दे विच होया, भारत दे विच होया ते बाद दे विच विदेशां दे विच जा के वस गए। पंजाब दे विच साडा घर आ, साडीਆਂ ਜ਼ਮੀਨਾਂ आ, किसी दा कुछ ना कुछ ਜ਼ਰੂਰ हैगा है। ਉਹ ਠੀਕ ਠਾਕ ਕਰਨ ਦੇ ਲਈ, ਉਹਨੂੰ ਵੇਚਣ ਦੇ ਲਈ, ਉਹਦੀ ਵੰਡ ਕਰਨ ਦੇ ਲਈ ਪੰਜਾਬ ਜਾ ਕੇ ਇੱਥੋਂ ਆਪਣੀ ਜੌਬ ਤੋਂ ਛੁੱਟੀ ਲੈ ਕੇ ਜਿੰਨੇ ਕੁ ਦਾ ਨੁਕਸਾਨ ਕਰਾਉਣਾ ਇਹਨੂੰ ਅਸੀਂ ਅਫੋਰਡ ਨਹੀਂ ਕਰ ਸਕਦੇ। ਪਰ ਉੱਥੋਂ ਦੀ ਜ਼ਮੀਨ ਜਾਇਦਾਦ ਨੂੰ ਅਸੀਂ ਸਮੇਟਣਾ ਵੀ ਚਾਹੁੰਦੇ ਹਾਂ, ਉਹਨੂੰ ਕੋਈ ਵੇਚਣਾ ਚਾਹੁੰਦੇ ਹਾਂ। ਕਈ ਵਾਰੀ ਸਾਡੀ ਇੱਛਾ ਹੁੰਦੀ ਹੈ ਕਿ ਅਸੀਂ ਉੱਥੇ ਹੋਰ ਜ਼ਮੀਨ ਖਰੀਦੀਏ, ਬਹੁਤ ਸਾਰੇ ਲੋਕ ਖਰੀਦਦੇ ਵੀ ਆ। ਇਸ ਕੰਮ ਦੇ ਲਈ ਪੰਜਾਬ ਜਾਣਾ ਤੇ ਉੱਥੇ ਜਾ ਕੇ ਪਟਵਾਰੀਆਂ ਕਾਨੂੰਗੋਆਂ ਦੇ ਜਿਹੜੇ ਉਹ ਸਾਰੇ ਮਾਮਲਿਆਂ ਦੇ ਵਿੱਚ ਪੈਣਾ, ਉਹ ਤੋਂ ਬਹੁਤ ਸਾਰੇ ਲੋਕ ਡਰਦੇ ਆ। दूजा मामला यह आ कि साडी जमीन जायदाद के संबंधी जी वसीयत के जां उहदा जो कुछ अगे जाके होना, जी अगली पीढ़ी इत्थों के न्याणे आ वो ये संबंधी की करन। मान लो किसी के घरदियां दी जमीन उत्थे सीगी, वो बच्चे इत्थों के बौर ना, उन्होंने हुण उत्थे दा हिसाब किताब नहीं पता, जां किहड़ा बन्ना किधर नूं लगदा, किहड़ी बट कित्थे जांदी है, साडा कित्थे तक जाके खेत पैंदे आ। ये सारियां गल्लां बातां उन्हां नूं नहीं स्पष्ट हुंदियां। इहदा हल की होवे? इहदा हल सुखी बाट उन्हां ने एक कढिया, न्यू सल्यूशनस फॉर NRI प्रॉपर्टीज़। एक जी कंपनी है जी डील करती है तुहाडी इस समस्या के नाल, और खास कर अपने आप के कल्ली कल्ली इहो जी कंपनी है जिन्हें इन्नी जी लोड़ आ इस वेले, हर एक व्यक्ति की लोड़ आ, उन्होंने मुख रख के इन्होंने ये कंपनी बनाई। ये की इहदा काम आ, की करती है, किदां तुसीं मसला हल कर सकते हो। तुहाडी इंडिया पंजाब दे विच ज़मीन आ, उन्होंने तुसीं वेचना आ, वेच के पैसे इधर लैके आउणे, और काम भी सारा कुछ जिहड़ा वो जायज़ तरीके दे नाल सही सही होवे। दूजी गल, ਜਦੋਂ ਅਸੀਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਕੰਪਨੀ ਨਾਲ ਡੀਲ ਕਰਦੇ ਹਾਂ, ਸਾਡੇ ਮਨ ਦੇ ਵਿੱਚ ਥੋੜਾ ਬਹੁਤਾ ਤੌਖਲਾ ਲੱਗਾ ਰਹਿੰਦਾ ਵੀ ਜੇ ਕੋਈ ਇਹਦੀ ਕੱਲ ਨੂੰ 19-21 ਵਾਲੀ ਗੱਲਬਾਤ ਹੋ ਗਈ ਤਾਂ ਕਿਹੜੀ ਜੁਰਿਸਡਿਕਸ਼ਨ ਦੇ ਵਿੱਚ ਆਉਂਦੀ ਹੈ। ਇਹਦਾ ਲੈਣ ਦੇਣ ਸਾਨੂੰ ਇੰਡੀਆ ਦੇ ਹਿਸਾਬ ਨਾਲ ਕਰਨ ਦੇ ਲਈ ਚੰਡੀਗੜ੍ਹ ਤਰੀਕਾ ਭੁਗਤਣੀਆਂ ਪੈਣਗੀਆਂ, ਜਾਂ ਇਹਦਾ ਹੋਊਗਾ ਕੀ। ਸੋ ਇੱਕ ਕੈਨੇਡੀਅਨ ਕੰਪਨੀ ਜਿਹੜੀ ਆ ਤੁਹਾਡੇ ਨਾਲ ਡੀਲ ਕਰ ਰਹੀ ਹੈ, ਔਰ ਸਾਰੇ ਕੈਨੇਡਾ ਦੇ ਨਿਯਮਾਂ ਦੇ ਨਾਲ, ਜਿੱਦਾਂ ਇੱਥੇ ਲਿਸਟਿੰਗ ਹੁੰਦੀ ਹੈ, ਆਫਰ ਆਉਂਦੀ ਆ, ਐਕਸੈਪਟੈਂਸ ਹੁੰਦੀ ਆ, ਜਿਹੜੀ ਕਲੋਜ਼ਿੰਗ ਹੁੰਦੀ ਹੈ। ਇਹ ਸਾਰਾ ਕੁਝ ਤੁਹਾਡੀ ਪੰਜਾਬ ਦੀ ਜ਼ਮੀਨ, ਤੁਹਾਡਾ ਘਰ, ਤੁਹਾਡੀ ਜਾਇਦਾਦ, ਜੋ ਵੀ ਕੋਈ ਖਰੀਦਣਾ ਚਾਹੁੰਦਾ ਉਹਦੇ ਲਈ ਵੀ ਇੱਥੇ ਬੈਠੇ ਤੁਸੀਂ ਉਹ ਸਰਵਿਸਿਜ਼ ਲੈ ਸਕਦੇ ਹੋ, ਬਿਨਾਂ ਕਿਸੇ ਝਗੜੇ ਝੇੜੇ ਤੋਂ, ਬਿਨਾਂ ਕਿਸੇ ਰੌਲੇ ਰੱਪੇ ਤੋਂ। ਇਹਦੇ ਸੰਬੰਧੀ ਅੱਜ ਆਪਾਂ ਗੱਲਬਾਤ ਕਰਨੀ ਹੈ ਸੁਖੀ ਬਾਟ ਜੀ ਦੇ ਨਾਲ। ਥੱਲੇ ਫੋਨ ਨੰਬਰ ਆ ਰਿਹਾ, ਤੁਹਾਨੂੰ ਕੋਈ ਵੀ ਜਿਹੜੀ ਇੱਛਾ ਗੱਲ ਕਰਨ ਦੀ ਹੈਗੀ ਆ, ਤੁਸੀਂ ਕਰਨਾ ਚਾਹੁੰਦੇ ਹੋ, ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਬਾਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਜੀ। ਜੀ ਆਇਆਂ ਨੂੰ। ਜਸਕਾਨ ਪਹਿਲਾਂ ਤੇ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸੁਖੀ ਬਾਟ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਸ ਸਾਹਿਬ ਪਹਿਲੀ ਗੱਲ ਇਹ ਸਪਸ਼ਟ ਕਰਿਓ ਕਿ ਜਿਹੜੀ ਨਿਊ ਸੋਲੂਸ਼ਨਸ ਫॉर NRI ਪ੍ਰੋਪਰਟੀਜ਼ ਆ, ਇਹ ਕੈਨੇਡੀਅਨ ਕੰਪਨੀ ਆ ਕਿ ਇੰਡੀਆ 'ਚ ਜ਼ਮੀਨ ਜਾਇਦਾਦ ਨਾਲ ਡੀਲ ਕਰਦੀ ਹੈ, ਇੰਡੀਅਨ ਕੰਪਨੀ ਹੈ? ਨਹੀਂ ਜੀ, ਇਹ ਕੈਨੇਡੀਅਨ ਰਜਿਸਟਰਡ ਕੰਪਨੀ ਆ, ਔਰ ਇਹਦੇ ਜਿਹੜੇ ਅੰਡਰ ਦਾ ਕੈਨੇਡਾ ਲਾਅ ਜਿੰਨੇ ਵੀ ਕਾਨੂੰਨ ਹੈਗੇ ਇੱਥੇ ਅਪਲਾਈ ਹੁੰਦੇ ਨੇ। ਹਾਂ, ਇਹ ਇਸ ਕਰਕੇ ਕੀਤੀ ਗਈ ਆ ਕਿਉਂਕਿ ਜਿੰਨੇ ਵੀ ਸਾਡੇ ਕਸਟਮਰ ਨੇ ਉਹ ਕੈਨੇਡੀਅਨ ਨੇ। ਸੋ ਇੱਥੇ ਹੀ ਉਹਨਾਂ ਦਾ, ਜਿਸ ਤਰ੍ਹਾਂ ਤੁਸੀਂ ਰੀਅਲ estate ਏਜੰਟ ਨੂੰ ਸੱਦ ਕੇ ਆਪਣੀ ਲਿਸਟਿੰਗ ਕਰਦੇ ਹੋ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨੂੰ ਅਸੀਂ ਆਪਣੇ ਪੁਆਇੰਟ ਤੋਂ ਮਾਰਕੀਟਿੰਗ ਲਈ ਇਜਾਜ਼ਤ ਮੰਗਦੇ ਹਾਂ। ਫਿਰ ਅਸੀਂ ਉਹਨੂੰ ਨੈਚੁਰਲੀ ਮਾਰਕੀਟਿੰਗ ਕਰਕੇ ਉੱਤੇ ਕੋਈ ਆਫਰ ਆਉਂਦੀ ਆ, ਲਿਖਤੀ ਰੂਪ ਦਾ ਆਫਰ ਆਉਂਦੀ ਹੈ, ਔਰ ਉਹਦੇ ਵਿੱਚੋਂ ਰਜਿਸਟਰੀ ਕਰਾਉਣ ਦਾ ਸਾਰਾ ਕੁਝ ਜਿਹੜਾ ਅਸੀਂ ਇੱਕ ਪੈਕੇਜ ਵਿੱਚ ਬਣਾ ਕੇ ਕਰ ਦਿੰਦੇ ਹਾਂ। ਜੇ ਬਹੁਤ ਸਾਰੇ ਦਰਸ਼ਕ ਤਾਂ ਆਪਣੇ ਜਾਣਦੇ ਨੇ, ਜੇ ਉਹ ਕਿਸੇ ਕਾਰਨ, ਚਲੋ ਕੋਵਿਡ ਦਾ ਸੀਗਾ, ਬਹੁਤ ਸਾਰੇ ਲੋਕ ਇੰਡੀਆ ਨਹੀਂ ਜਾ ਪਾ ਰਹੇ ਤੇ ਹੁਣ ਵੀ ਨਹੀਂ ਜਾਣਾ ਚਾਹੁੰਦੇ ਵੀ ਨਹੀਂਗੇ, ਉਹਨਾਂ ਲਈ ਇਹ ਬਹੁਤ ਵਧੀਆ ਇੱਕ ਸਾਫ਼ ਸੁਥਰੀ ਗੱਲ ਹੈਗੀ ਆ। ਤੁਸੀਂ ਮੰਨ ਲਓ ਕਿਸੇ ਦੇ, ਮੈਂ ਉਦਾਹਰਨ ਇੱਕ ਦੇ ਦਿੰਦਾ, ਜਿਸ ਤਰ੍ਹਾਂ ਮੰਨ ਲਓ ਤੁਹਾਡੇ 10 ਕਿੱਲੇ ਨੇ ਤੇ ਕਿੱਲਾ 15 ਲੱਖ ਦਾ ਹੈ, ਮਤਲਬ 1 ਕਰੋੜ 50 ਲੱਖ ਰੁਪਇਆ ਹੋ ਗਿਆ, ਸਿੱਧੀ ਜਿਹੀ ਗੱਲ ਹੈ। ਅਸੀਂ ਤੁਹਾਨੂੰ ਇੱਥੇ ਇੱਕ ਕੰਟਰੈਕਟ ਲਿਖਾਂਗੇ, ਵਕੀਲ ਦੇ ਚੱਲਾਂਗੇ, ਉੱਥੋਂ ਅਸੀਂ ਤੁਹਾਨੂੰ ਜਿਹੜਾ ਲਿਖ ਕੇ ਪੂਰਾ 1,50,000 1 ਕਰੋੜ 50 ਲੱਖ ਰੁਪਈਆ ਜਿਹੜਾ ਅਸੀਂ ਤੁਹਾਡਾ ਦੇਣਾ ਹੈ, ਇਹਦੇ ਵਿੱਚੋਂ ਆ ਸਾਡਾ ਕਮਿਸ਼ਨ ਹੋਏਗਾ। ਫਿਰ ਅਸੀਂ ਤੁਹਾਡੀ ਉਹ ਜਾਇਦਾਦ ਦੀ ਇੰਡੀਆ ਦੇ ਵਿੱਚ ਮਾਰਕੀਟਿੰਗ ਕਰਕੇ, ਜਿਹੜੀ ਕਿ ਇੱਕ ਮਿਊਚੁਅਲ ਅੰਡਰਸਟੈਂਡਿੰਗ ਐਕਸੈਪਟੈਂਸ ਦੇ ਬੇਸ 'ਤੇ ਚੱਲਦੀ ਆ, ਉਹ ਸਾਡੀ ਜੇ ਡੀਲ ਹੋ ਜਾਂਦੀ ਆ, ਤਾਂ ਫਿਰ ਬਾਕੀ ਦਾ ਸਾਰਾ ਕੰਮ ਕਾਰ ਆ ਉਹ ਅਸੀਂ ਸਾਰਾ ਆਪ ਉੱਥੇ ਜਾ ਕੇ ਰਜਿਸਟਰੀ ਕਰਵਾ ਕੇ ਤੁਹਾਡੇ ਪੈਸੇ, ਇੱਕ ਇੱਥੇ ਬਹੁਤ ਹੀ, ਜਿਸ ਕਾਰਨ ਮੈਂ ਬਹੁਤ ਸਾਫ਼ ਅੱਖਰਾਂ 'ਚ ਮੈਂ ਦੱਸਣਾ ਚਾਹੂੰਗਾ, ਜਿਹੜੀ ਕਿ ਬਹੁਤ ਸਾਨੂੰ ਕਾਲਸ ਵੀ ਬਹੁਤ ਆਉਂਦੀਆਂ ਨੇ। ਨਿਊ ਸੋਲੂਸ਼ਨ ਫॉर NRI ਪ੍ਰੋਪਰਟੀ, ਅਸੀਂ ਕੋਈ ਇੰਡੀਆ ਤੋਂ ਕੈਸ਼ ਪੈਸੇ ਲਿਆਉਣ ਦਾ ਕੰਮ ਨਹੀਂ ਕਰਦੇ ਹੈਗੇ। ਅਸੀਂ ਜੋ ਤੁਸੀਂ ਮੰਨ ਲਓ ਤੁਸੀਂ 10 ਕਿੱਲੇ ਵੇਚੇ ਨੇ, 15 ਲੱਖ ਦਾ ਕਿੱਲਾ 1.5 ਕਰੋੜ ਪਿਆ ਹੈ, ਅਸੀਂ ਉਹ ਤੁਹਾਡੇ ਬੈਂਕਾਂ ਦੇ ਥਰੂ ਲੀਗਲ ਪੁਆਇੰਟ ਵੀ ਤੋਂ, ਕਿ ਬਹੁਤ ਸਾਰੇ ਲੋਕ ਸਾਡੇ ਛੇਤੀ ਘਬਰਾ ਜਾਂਦੇ ਨੇ ਵੀ ਉੱਥੋਂ ਸਾਨੂੰ
ਕਲੀਅਰੈਂਸ ਲੈਣੀ ਬੜੀ ਔਖੀ ਆ, ਬੜਾ ਕੁਝ ਸੋਚਦੇ ਨੇ ਉਹ। ਬਹੁਤੀ ਵਾਰੀ ਉਹ ਪ੍ਰਾਪਰਟੀਆਂ ਟੈਕਸੇਬਲ ਵੀ ਨਹੀਂ ਉਹ ਪੈਸੇ ਹੁੰਦੇ। ਸੋ ਉਹਨੂੰ ਪ੍ਰੋਪਰ ਚੈਨਲ ਦੇ ਥਰੂ ਤੇ ਲਿਆਉਣ ਲਈ ਬਿਲਕੁਲ ਪੈਨਿਕ ਨਹੀਂ ਹੋਣ ਦੀ ਲੋੜ। ਉਹਦੇ ਲਈ ਸਾਡੇ ਕੋਲੋਂ ਰਾਏ ਲੈ ਸਕਦੇ ਹੋ। ਅਸੀਂ ਤੁਹਾਡੀ ਸਰਵਿਸ ਕਰੀਏ ਨਾ ਕਰੀਏ, ਪਰ ਤੁਹਾਨੂੰ ਇੱਕ ਵਧੀਆ ਰਾਏ ਦੇ ਸਕਦੇ ਵੀ ਬੈਂਕ ਨਾਲ ਇਦਾਂ ਡੀਲ ਕਰੋ। ਤੇ ਉਹ ਇੱਕ ਬਹੁਤ ਹੀ ਵੱਡਾ, ਬਿਨਾਂ ਕਾਰਨ ਤੋਂ ਹੀ ਅਸੀਂ ਕੈਸ਼ ਪੈਸੇ ਪੰਜਾਬੀ 'ਚ ਕਹਿ ਲਓ 2 ਨੰਬਰ 'ਚ ਲਿਆਉਣ ਨੂੰ ਕਾਲੇ ਹੋ ਜਾਂਦੇ ਆ, ਜਿਹੜਾ ਕਿ ਅਸੀਂ ਅਵੋਇਡ ਕਰ ਸਕਦੇ ਹਾਂ। ਸਾਨੂੰ ਅਵੋਇਡ ਵੀ ਕਰਨਾ ਚਾਹੀਦਾ ਹੈ ਜੀ। ਬਟ ਸਾਹਿਬ ਇਹ ਸੇਵਾ ਸਿਰਫ ਕੈਨੇਡੀਅਨਸ ਲਈ ਹੈ? ਅਸੀਂ ਵੈਸੇ ਇੰਗਲੈਂਡ ਵਗੈਰਾ ਰਹਿੰਦਾ ਉਹਨੂੰ ਮਤਲਬ ਕਈ ਲੋਕ ਪੁੱਛਦੇ ਆ ਵੀ ਸਾਡੀ ਜ਼ਮੀਨ ਹੈਗੀ, ਕੁਝ ਹੋ ਸਕਦਾ? ਨਹੀਂ ਜੀ, ਅਸੀਂ NRIs ਨੂੰ ਬਾਹਰ ਆਸਟ੍ਰੇਲੀਆ ਵਿੱਚ, ਇੰਗਲੈਂਡ ਦੇ ਵਿੱਚ, ਜਰਮਨ ਤੋਂ ਵੀ ਮੈਂ ਹੁਣ ਕੇਸ ਕੀਤਾ, ਅਮਰੀਕਾ ਦੇ ਵਿੱਚ ਤੇ ਕਾਫੀ ਨੇ। NRIs ਨੂੰ ਅਸੀਂ ਇੰਡੀਆ ਜਾ ਕੇ ਕੋਈ ਪ੍ਰਾਪਰਟੀ ਲਿਸਟ ਨਹੀਂ ਕਰਦੇ। ਅੱਜ ਵੀ ਕਾਲ ਆਈ, ਅਸੀਂ ਸਾਫ਼ ਉਹਨਾਂ ਨੂੰ ਇੰਡੀਆ ਤੋਂ ਕਾਲ ਆਈ ਵੀ ਸਾਡੀ ਜਾਇਦਾਦ ਵਿਕ ਨਹੀਂ ਰਹੀ ਆ ਤੇ ਤੁਸੀਂ ਕੁਝ ਕਰੋ, ਤੇ ਉਹਨਾਂ ਨੂੰ ਅਸੀਂ ਸਾਫ਼ ਜਵਾਬ ਦਿੱਤਾ ਵੀ ਅਸੀਂ NRIs ਲਈ ਹੀ ਕਰਦੇ ਹਾਂ, ਇਹ ਕੰਪਨੀ ਬਾਹਰਲੀ ਕੰਪਨੀ ਆ, ਅਸੀਂ ਤੁਹਾਡੇ ਆ ਕੇ ਲਿਸਟਿੰਗ ਨਹੀਂ ਕਰਦੇ। ਮਤਲਬ ਜੇ ਕੋਈ ਇੰਗਲੈਂਡ ਦੇ ਵਿੱਚ ਰਹਿੰਦਾ, ਪਿੰਡ ਘਰ ਜਾਂ ਥੋੜੀ ਬਹੁਤੀ ਜ਼ਮੀਨ ਹੈਗੀ, ਉਹਨੂੰ ਵੇਚਣਾ ਚਾਹੁੰਦਾ, ਉਹ ਤੁਹਾਡੇ ਨਾਲ ਇੱਥੇ ਕਾਲ ਕਰਕੇ ਕੰਟੈਕਟ ਕਰੇ, ਤੁਸੀਂ ਉਹਦੀ ਜ਼ਮੀਨ ਵਿਕਾ ਸਕਦੇ ਹੋ? ਹਾਂ ਬਿਲਕੁਲ ਜੀ। ਅੱਜ ਦਾ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ, ਐਵਰੀਥਿੰਗ ਬਹੁਤ ਨਾਈਸਲੀ ਮੇਰੀ ਸੈਟਅਪ ਕੀਤੀ ਹੈ। ਜਿਸ ਤਰ੍ਹਾਂ ਕਾਰਾਂ ਦੇ ਬਿਜ਼ਨਸ ਵਿੱਚ ਵੀ ਬੜਾ ਵਧੀਆ ਕੀਤਾ ਹੈ। ਤੁਹਾਡੇ ਡਾਕੂਮੈਂਟਸ, ਜਿਹੜੇ ਲੀਗਲ ਡਾਕੂਮੈਂਟਸ ਬਣਾਉਣ ਦੀਆਂ ਗੱਲਾਂ, ਉਹ ਸਾਰਾ ਕੁਝ ਅਸੀਂ ਪ੍ਰੋਪਰਲੀ ਲਾਈਨ ਅਪ ਕੀਤਾ ਹੋਇਆ ਹੈ। ਤੁਹਾਨੂੰ ਅਸੀਂ ਬਹੁਤ ਵਾਰ, ਹੁਣੇ ਮੈਂ 3-4 ਡੀਲਾਂ ਪਿਛਲੇ 4 ਹਫ਼ਤਿਆਂ 'ਚ ਕਲੋਜ਼ ਕੀਤੀਆਂ ਇੰਗਲੈਂਡ ਦੀਆਂ। ਅਸੀਂ ਜਾਤੀ ਤੌਰ ਤੇ ਉਹਨਾਂ ਨੂੰ ਹਾਲੇ ਤਾਂ ਵੀ ਨਹੀਂ ਕਦੀ ਮਿਲੇ, ਤੇ ਉਹ ਡੀਲ ਉਹਨਾਂ ਦੀਆਂ ਮਤਲਬ ਪੈਸੇ ਧੇਲੇ ਉਹਨਾਂ ਨੂੰ ਇੰਗਲੈਂਡ ਪਹੁੰਚ ਗਏ ਨੇ, ਕਿਉਂ ਬਹੁਤ ਪ੍ਰੋਫੈਸ਼ਨਲੀ, ਬਹੁਤ ਵਿਦਨ ਲਾ, ਕਿ 42-44 ਸਾਲ ਇੱਥੇ ਕੈਨੇਡਾ ਵਿੱਚ ਕੱਟੇ ਨੇ। ਇੱਕ ਗੱਲ ਸਿੱਖੀ ਹੈ, ਕਾਨੂੰਨ ਸਭ ਤੋਂ ਵੱਡਾ ਹੈ ਤੇ ਕਾਨੂੰਨ ਦੇ ਵਿੱਚ ਰਹਿਣਾ। ਆਪਾਂ ਜੋ ਵੀ ਕਰਨਾ ਕਾਨੂੰਨ ਦੇ ਵਿੱਚ ਕਰਨਾ ਹੈ। ਸੋ ਇਹ ਇੱਕ ਬਹੁਤੇ ਵਾਰੀ ਆਉਂਦੇ ਨੇ ਕਾਲਸ, ਉਹਨਾਂ ਨੂੰ ਮੇਰੀ ਜ਼ਰੂਰ ਬੇਨਤੀ ਆ, ਨੰਬਰ 1 ਅਸੀਂ ਕੈਸ਼ ਪੈਸਾ ਕੈਨੇਡਾ ਨਹੀਂ ਲੈ ਕੇ ਆਉਂਦੇ। ਅਸੀਂ ਤੁਹਾਡੇ ਪੈਸੇ ਦਾ ਸੌਦਾ ਕਰਵਾ ਕੇ ਬੈਂਕ 'ਚ ਰਖਾ ਕੇ, ਬੈਂਕ ਤੋਂ ਕਲੀਅਰੈਂਸ ਲੈ ਕੇ, ਫਿਰ ਕੈਨੇਡਾ ਵਾਲੇ ਅਕਾਊਂਟ 'ਚ ਪੈਸੇ ਤੁਹਾਡੀ ਟ੍ਰਾਂਸਫਰ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ। ਦੋਸਤੋ, ਇਹ ਇੱਕ ਬਹੁਤ ਇੰਪੋਰਟੈਂਟ ਗੱਲ ਆ ਜਿਹੜੀ ਸ਼ਾਇਦ ਸਾਡੇ ਸਾਰਿਆਂ ਲਈ ਬੜੀ ਔਖੀ ਆ ਆਮ ਇਕੱਲੇ ਲਈ ਕਰਨੀ। ਤੁਹਾਡੀ ਜ਼ਮੀਨ ਆ, ਤੁਸੀਂ ਇੰਗਲੈਂਡ 'ਚ ਬੈਠੇ ਹੋ, ਵੇਚਣੀ ਤੁਸੀਂ ਹੈਗੀ ਆ, ਨਿਆਣੇ ਉੱਥੇ ਜਾ ਨਹੀਂ ਸਕਦੇ, ਤੁਹਾਡੇ ਕੋਲੇ ਕੋਈ ਤਰੀਕਾ ਨਹੀਂ, ਤੁਸੀਂ ਵੀ ਨਹੀਂ ਜਾਣਾ ਚਾਹੁੰਦੇ, ਜਾਂ ਬਜ਼ੁਰਗ ਹੋ ਗਏ ਆ, ਜਾਂ ਜੇ 4 ਮਹੀਨੇ ਨੌਕਰੀ ਛੱਡ ਕੇ, ਇੱਥੋਂ ਕੰਮ ਧੰਦਾ ਛੱਡ ਕੇ ਉੱਥੇ ਜਾਣਾ ਪਿਆ, ਉਹਨੇ ਦੀ ਜ਼ਮੀਨ ਨਹੀਂ ਹੋਣੀ, ਜਿੰਨੇ ਪਾਉਂਡ ਡਾਲਰ ਇੱਥੋਂ ਨੁਕਸਾਨ ਹੋ ਜਾਣੇ ਆ। ਵਧੀਆ ਤਰੀਕਾ ਹੈ, ਤੁਸੀਂ ਥੱਲੇ ਫ਼ੋਨ ਨੰਬਰ ਆ ਰਿਹਾ, ਇਹਨਾਂ ਨੂੰ ਫ਼ੋਨ ਕਰੋ, ਤੁਹਾਨੂੰ ਜ਼ਰੂਰ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਦੇਣਗੇ ਕਿ ਕੀ ਹੋ ਸਕਦਾ, ਕਿੱਦਾਂ ਵੇਚ ਸਕਦੇ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਆ, ਸਾਰਾ ਕੁਝ ਕਾਨੂੰਨ ਦੇ ਦਾਇਰੇ 'ਚ ਆ। ਕੈਨੇਡੀਅਨ ਕੰਪਨੀਆਂ ਉਸ ਤਰੀਕੇ ਦੇ ਨਾਲ ਇਹ ਡੀਲ ਕਰਦੀ। ਇਸ ਤੋਂ ਬਾਅਦ ਮੈਨੂੰ ਲੱਗਦਾ ਟਰਾਂਸਪੇਰੈਂਸੀ ਹੋਰ ਕੋਈ ਹੋ ਨਹੀਂ ਸਕਦੀ ਕਿ ਸੁਖੀ ਬਾਠ ਹੁਣੀ ਇੱਥੋਂ 40-42 ਸਾਲ ਤੋਂ ਬਿਜ਼ਨਸ ਦੇ ਵਿੱਚ ਨੇ, ਇਸ ਕਾਰਾਂ ਦੇ ਬਿਜ਼ਨਸ ਦੇ ਵਿੱਚ ਨੇ, ਲੋਕ ਜਾਣਦੇ ਨੇ। ਇੱਕ ਬੜਾ ਸੌਖਾ, ਔਰ ਮੈਨੂੰ ਲੱਗਦਾ ਵਰਦਾਨ ਆ NRIs ਦੇ ਲਈ ਕਿ ਇੱਕ ਨੰਬਰ ਦੇ ਵਿੱਚ ਸਾਰਾ ਕੰਮ ਉੱਥੋਂ ਕਰਵਾ ਲੈਣਾ। ਬਟ ਸਾਹਿਬ, ਕਈ ਵਾਰੀ ਫਰਦ ਨਹੀਂ ਹੁੰਦੀ, ਰਜਿਸਟਰੀ ਦਾ ਕੁਝ ਪਤਾ ਨਹੀਂ ਹੁੰਦਾ, ਜ਼ਮੀਨ ਦਾ ਅੰਦਾਜ਼ਾ ਹੁੰਦਾ, ਉਹ ਸਾਰਾ ਕੁਝ ਪਤਾ ਲੱਗ ਸਕਦਾ? ਹਾਂਜੀ ਜਿਸ ਕਾਰਨ ਮੇਰੇ ਕੋਲ ਸਾਡੇ 3 ਆਫਿਸ ਨੇ ਪੰਜਾਬ ਦੇ ਵਿੱਚ। ਜਿਹੜਾ ਇਹ ਵੀ ਇੱਕ ਕਿਸੇ ਨੂੰ ਆਪਣੀ ਜਾਇਦਾਦ ਦਾ ਪਤਾ ਨਹੀਂ ਹੈ, ਕਿੰਨੀ ਹੈ ਜਾਂ ਕਿੱਥੇ ਹੈ, ਉਹ ਅਸੀਂ ਐਬਸੋਲੂਟਲੀ ਫ੍ਰੀ ਆਫ ਚਾਰਜ, ਜਿਸ ਕਾਰਨ ਸਾਨੂੰ ਫੋਨ ਕਰਦਾ ਹੈ ਵੀ ਮੈਨੂੰ ਮੇਰੇ ਫਲਾਣੇ ਪਿੰਡ 'ਚ ਜਾਇਦਾਦ ਆ, ਮੈਨੂੰ ਪਤਾ ਨਹੀਂ ਕਿੰਨੀ ਆ, ਉਹਦੀ ਫਰਦ ਚਾਹੀਦੀ ਹੈ, ਉਹਦਾ ਕੋਈ ਵੀ ਐਬਸੋਲੂਟਲੀ ਕੋਈ ਚਾਰਜ ਨਹੀਂ। ਅਸੀਂ ਉਹਨਾਂ ਨੂੰ ਪੂਰੀ ਦੀ ਪੂਰੀ ਫਰਦ ਕਢਵਾ ਕੇ, ਉਹਦੀ ਮਿਣਤੀ ਵੀ ਮੇਰੇ ਕੋਲ ਇੱਥੇ ਰਿਟਾਇਰ ਮੇਰੇ ਤਹਿਸੀਲਦਾਰ ਨੇ, ਕਾਨਗੋ ਸਾਹਿਬ ਨੇ, ਇੰਡੀਆ ਦਾ ਲਾਇਰ ਜਿਹੜੇ ਆਪਣੇ ਬੱਚਿਆਂ ਕੋ ਆ ਕੇ ਇੱਥੇ ਰਹਿਣ ਲੱਗ ਗਏ, ਰਿਟਾਇਰ ਨੇ, ਉਹ ਮੇਰੇ ਨਾਲ ਗਰੁੱਪ ਹੀ ਕੰਮ ਕਰਦਾ ਹੈ। ਕਿਉਂ ਉਹ ਅਸੀਂ ਫਰਦ ਲੈ ਕੇ ਉਹਨਾਂ ਦੀ ਫਰਦ ਦੇ ਵਿੱਚੋਂ, ਕਿਉਂ ਫਰਦ ਦੇ ਵਿੱਚ ਲੈ ਕੇ ਫਰਦ ਵੀ ਜ਼ਮੀਨ ਕਿੰਨੀ ਪਤਾ ਕਰਨੀ, ਉਹ ਵੀ ਖਾਲਾ ਜੀ ਦਾ ਫੜਾ, ਸਾਂਝੇ ਖਾਤੇ ਨੇ, ਬਹੁਤ ਕੁਛ ਨੇ। ਸੋ ਉਹ ਅਸੀਂ ਤੁਹਾਨੂੰ ਦੱਸ ਸਕਦੇ ਵੀ ਤੁਹਾਡੇ ਜੱਦੀ ਪਿੰਡ ਦੇ ਜਾਂ ਜਿੱਥੇ ਵੀ ਤੁਹਾਡੀ ਜਾਇਦਾਦ ਆ, ਉੱਥੇ ਤੁਹਾਡੇ 5 ਕਿੱਲੇ 4 ਕਨਾਲ 16 ਮਰਲੇ ਨੇ, ਇਸ ਤਰ੍ਹਾਂ ਕਰਕੇ, ਤੇ ਉਹ ਐਬਸੋਲੂਟਲੀ ਫ੍ਰੀ ਚਾਰਜ ਸਰਵਿਸ ਹੈਗੀ ਆ। ਮਤਲਬ ਉਹਦੇ ਲਈ ਜੇਕਰ ਤੁਹਾਨੂੰ ਇਹ ਪਤਾ ਕਰਨ ਲਈ ਕਾਲ ਕਰੇ ਕਿ ਸਾਡੀ ਇੱਥੇ ਜ਼ਮੀਨ ਹੈਗੀ ਆ, ਪਤਾ ਕਰ ਦਿਓ, ਅਸੀਂ ਸੋਚਣਾ ਬਾਅਦ ਚ ਇਹਦਾ ਕੀ ਕਰਨਾ, ਤੁਸੀਂ ਫ੍ਰੀ ਆਫ ਕਾਸਟ ਕਰ ਦਿਓ। ਬਿਲਕੁਲ ਕਿਉਂ ਜਿਸ ਕਾਰਨ ਕਾਫੀ ਚੀਜ਼ਾਂ ਪਰਿਵਾਰ ਦੇ ਵਿੱਚ ਡਿਸਕਸ ਕਰਨ ਵਾਲੀਆਂ ਹੁੰਦੀਆਂ, ਤੇ ਪੈਸੇ ਦਾ ਬਿਲਕੁਲ ਬਹੁਤੀ ਸਾਵਧਾਨੀ ਨਾਲ ਅਸੀਂ ਚੱਲਣਾ ਹੁੰਦਾ ਆ। ਅਸੀਂ ਵੀ ਉਹਨਾਂ ਨੂੰ ਪੂਰੀ ਦੀ ਪੂਰੀ ਪੈਕੇਜ ਬਣਾ ਕੇ ਦੇ ਕੇ ਕਹੀਦਾ ਵੀ ਘਰ ਜਾਓ, ਪਰਿਵਾਰ ਨਾਲ ਸਲਾਹ ਕਰੋ, ਜੇ ਤੁਸੀਂ ਇਹ ਸਰਵਿਸ ਲੈਣੀ ਹੋਏਗੀ ਤਾਂ ਫਿਰ ਤੁਸੀਂ ਸਾਡੇ ਨਾਲ ਫਿਰ ਦੁਬਾਰਾ ਕੰਟੈਕਟ ਕਰੋ, ਤੇ ਫਿਰ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਇਹਦੇ ਡਾਕੂਮੈਂਟਸ ਰੈਡੀ ਕਰਵਾ ਦਾਂਗੇ। ਇਹ ਬਹੁਤਿਆਂ ਨੂੰ ਇਹ ਸਮੱਸਿਆ ਹੁੰਦੀ ਆ, ਉੱਥੇ ਕੋਈ ਦੁਕਾਨ ਆ, ਮਹਿੰਗੀ ਆ, ਘਰ ਆ ਜਾਂ ਜ਼ਮੀਨ ਆ,
ਜਿਹਨੂੰ ਦਿੱਤੀ ਸੀ ਠੇਕੇ ਦੇ ਉੱਤੇ ਜਾਂ ਕਿਰਾਏ ਦੇ ਉੱਤੇ, ਉਹ ਹੁਣ ਉਹਦਾ ਕੋਈ ਹਿਸਾਬ ਕਿਤਾਬ ਨਹੀਂ, ਨਾ ਉਹ ਕੁਝ ਪਤਾ ਦੇ ਰਿਹਾ, ਉਹ ਕਹਿੰਦਾ ਤੁਸੀਂ ਇੱਥੇ ਆ ਕੇ ਕੇਸ ਨਹੀਂ ਲੜ ਸਕਦੇ ਤੇ ਮੈਂ ਇਹ ਛੱਡਦਾ ਨਹੀਂ, ਉਹਦਾ ਕੋਈ ਹੱਲ ਹੁੰਦਾ ਜੀ? ਦੇਖੋ ਜਿਸ ਕਾਰਨ ਇੱਕ ਹੋਰ ਮੈਂ ਚੀਜ਼, ਤੁਸੀਂ ਵੈਸੇ ਬੜੇ ਪਤੇ ਦੀ ਗੱਲ ਕੀਤੀ, ਮੇਰੇ ਸ਼ਾਇਦ ਦਿਮਾਗ 'ਚੋਂ ਸਲਿੱਪ ਹੋ ਜਾਣੀ ਸੀ। ਪੈਸੇ ਦੀ ਮੈਂ ਪਹਿਲਾਂ ਕਲੀਅਰ ਕਰਤੀ। ਬਿਲਕੁਲ। ਡਾਂਗਾ ਲੈ ਕੇ ਬੰਦੂਕਾਂ ਲੈ ਕੇ ਸੁੱਖੀ ਬਾੜ ਕਬਜ਼ੇ ਨਹੀਂ ਲੈਂਦਾ। ਮੈਂ ਨਾ ਕਿਸੇ ਨਾਲ ਵੈਰ ਪਾਉਣ ਦਾ ਸ਼ੌਕੀਨ ਆ। ਤੁਹਾਡਾ ਕਾਨੂੰਨੀ ਹੱਕ ਕੀ ਆ? ਹਾਂ ਤੁਸੀਂ ਚਾਹੁੰਦੇ ਹੋ ਤਹਿਸੀਲ ਕਚਹਿਰੀਆਂ ਦੇ ਵਿੱਚ ਕੋਰਟ ਦੇ ਵਿੱਚ ਤੁਹਾਡੇ ਲਈ ਅਸੀਂ ਲੜਾਈ ਲੜੀਏ, ਅਸੀਂ ਲੜਨ ਦੇ ਯੋਗ ਆ। ਬਟ ਸਾਹਿਬ ਅਸੀਂ ਤਾਂ ਨਹੀਂ ਚਾਹੁੰਦੇ ਵੀ ਡਾਂਗਾ ਲੈ ਕੇ ਕਬਜ਼ਾ ਲਿਆ ਜਾਵੇ, ਅਗਲਾ ਛੱਡਦਾ ਨਹੀਂ, ਉਹ ਡਾਂਗ ਲੈ ਕੇ ਬੈਠਾ ਵੀ ਮੈਂ ਨਹੀਂ ਛੱਡਦਾ ਦੁਕਾਨ। ਹਾਂ ਠੀਕ ਹੈ, ਸਾਰੇ ਕੰਮ ਤਾਂ ਅਸੀਂ ਨਹੀਂ ਕਰਕੇ ਦੇ ਸਕਦੇ ਨਾ ਕਾਨੂੰਨੀ ਤੌਰ ਤੇ ਉਹਦਾ ਕੁਝ ਹੋ ਸਕਦਾ ਕੋਈ। ਹਾਂ ਅਸੀਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹਨਾਂ ਨੂੰ ਉੱਥੋਂ ਕੱਢਣ ਲਈ ਗਵਰਨਮੈਂਟ ਤੋਂ ਹਦਾਇਤਾਂ ਲੈ ਕੇ ਤੁਹਾਡੇ ਹੱਕ ਦੇ ਵਿੱਚ ਅਸੀਂ ਫੈਸਲਾ ਦਵਾ ਸਕਦੇ ਹਾਂ। ਹਾਂ ਉਹ ਜਿਹੜਾ ਉੱਥੇ ਤੁਸੀਂ ਪਹਿਲਾਂ ਆਪ ਵੀ ਕਹਿ ਚੁੱਕੇ ਹੋ ਵੀ ਜਿਹੜੇ ਲੋਕ ਨੇ ਉਹ ਬੜੇ ਭਲੀ ਭਾਂਤ ਜਾਣਦੇ ਨੇ ਤੁਹਾਡੀਆਂ ਕਮਜ਼ੋਰੀਆਂ ਨੂੰ। ਬਿਲਕੁਲ ਰਾਈਟ। ਤੇ ਕੋਰਟ ਤੇ ਕੋਰਟ ਡੇਟਾਂ ਪਾਈ ਜਾ ਰਹੇ ਨੇ, ਤੁਹਾਨੂੰ ਪਤਾ ਹੀ ਉੱਥੇ ਦਾ ਸਿਸਟਮ ਹੈ, ਬਹੁਤਾ ਨਹੀਂ ਜਾਂਦਾ। ਫੇਰ ਵੀ ਮੈਂ ਤਾਂ ਕਹਿੰਦਾ ਹੁੰਦਾ ਵੀ ਮੇਰਾ ਦੇਸ਼ ਮਹਾਨ। ਬਿਲਕੁਲ ਬਿਨਾਂ ਸ਼ੱਕ। ਹਾਂ ਵੀ ਲਵ ਆਰ ਪੰਜਾਬ 100%। ਸੋ ਪਰ ਉਹਦੇ ਨਾਲ ਦੀ ਨਾਲ ਜਿਹੜਾ ਹੈਗਾ ਆ, ਹਾਂ ਤੁਸੀਂ ਕਾਨੂੰਨੀ ਕੋਈ ਵੀ ਲੜਾਈ ਆ, ਤੁਹਾਡਾ ਕਿਸੇ ਕਿਰਾਏਦਾਰ ਨਾਲ ਰੌਲਾ ਪੈ ਗਿਆ, ਤੁਹਾਡੀ ਵੰਡ ਦੇ ਵਿੱਚ ਮੈਂ 2-3 ਚੀਜ਼ਾਂ ਨੂੰ ਕਵਰ ਕਰ ਦਿੰਦਾ। ਵੰਡ ਤੁਸੀਂ ਕਰਾਉਣੀ, 2 ਭਰਾਵਾਂ ਨੇ ਵੰਡ ਕਰਾਉਣੀ ਆ, ਤਾਏ ਚਾਚਿਆਂ ਨਾਲ ਵੰਡ ਕਰਨ ਵਾਲੀ ਰਹਿੰਦੀ ਆ, ਅਸੀਂ ਉਹਦੀ ਵੰਡ ਕਰਵਾ ਸਕਦੇ ਹਾਂ। ਜੇ ਸੁਲਹ ਸਫਾਈ ਨਾ ਹੋ ਰਹੀ ਆ, ਥੋੜੀ ਜਲਦੀ ਹੋ ਜਾਂਦੀ ਆ, ਜੇ ਕੋਈ ਅੱਗੜ ਪਿਛੜ ਕਰ ਰਿਹਾ ਆ, ਫਿਰ ਅਸੀਂ ਕਾਨੂੰਨੀ ਤੌਰ ਤੇ ਵੰਡ ਦਾ ਪਟੀਸ਼ਨ ਪਾ ਕੇ ਅਰਜੀ ਪਾ ਕੇ ਅਸੀਂ ਕਾਨੂੰਨੀ ਤੌਰ ਤੇ ਤੁਹਾਡੀ ਉਹਦੀ ਇਕੁਅਲ ਬੇਸ ਤੇ ਵੰਡ ਕਰਵਾ ਕੇ ਦੇ ਸਕਦੇ ਹਾਂ। ਇੱਕ ਹੋਰ ਸਵਾਲ ਇਹਦੇ ਨਾਲ ਲੱਗਦਾ, ਮੰਨ ਲਓ ਉੱਥੇ ਮੇਰੀ ਜ਼ਮੀਨ ਦਾ ਝਗੜਾ ਜਾਂ ਮੇਰੀ ਦੁਕਾਨ ਆ, ਕਿਰਾਏਦਾਰ ਛੱਡ ਨਹੀਂ ਰਿਹਾ, ਤਰੀਕ ਭੁਗਤਣ ਜਾਣਾ ਪੈਂਦਾ, ਤਰੀਕਾ ਕਾਨੂੰਨੀ ਆ, ਉਹ ਤਰੀਕ ਜਿਹੜਾ ਨਿਊ ਸੋਲੂਸ਼ਨਸ ਹੈ ਭੁਗਤ ਲਊਗਾ? ਹਾਂਜੀ। ਜਦੋਂ ਅਸੀਂ ਜੇ ਤੁਹਾਡਾ ਕੇਸ ਲਾਵਾਂਗੇ, ਅਸੀਂ ਉਸ ਬੇਸ ਤੇ ਹੀ ਲਾਵਾਂਗੇ ਵੀ ਅਸੀਂ ਸਾਰੇ ਦਾ ਸਾਰਾ ਕੇਸ ਅਸੀਂ ਲੜਾਂਗੇ, ਤੁਸੀਂ ਕੋਰਟ ਵਿੱਚ ਨਹੀਂ ਜਾਣਾ ਹਾਜ਼ਰੀ ਲਵਾਉਣ, ਕਿਉਂਕਿ ਸਾਡੇ ਕੋਲ ਉਹਦੀ ਤੁਸੀਂ ਪਾਵਰ ਦੇਣੀ ਸਾਨੂੰ ਉਹ ਕੇਸ ਲੜਨ ਦੀ, ਜਿਹਨੂੰ ਤੁਸੀਂ ਸਪੈਸ਼ਲ ਪਾਵਰ ਟਰਨੀ ਦਾ ਨਾਂ ਦਿੰਦੇ ਹੋ। ਉਹਦੇ ਵਿੱਚ ਲਿਖਿਆ ਹੋਣਾ ਵੀ ਸੁੱਖੀ ਬਾੜ ਨੂੰ ਜਾਂ ਨਿਊ ਸੋਲੂਸ਼ਨ ਫॉर NRI ਨੂੰ ਅਸੀਂ ਆਹ ਪਾਵਰ ਟਰਨੀ ਦਿੰਦੇ ਆ। ਇਸ ਪਾਵਰ ਟਰਨੀ ਦੇ ਵਿੱਚ ਇਹਨਾਂ ਦੇ ਕੋਲ ਹੱਕ ਕੀ ਨੇ, ਹੱਕ ਲਿਖਿਆ ਜਾਣਾ ਵੀ ਮੇਰਾ ਬਟਵਾਰੇ ਦਾ ਕੇਸ ਚੱਲਦਾ, ਇਹਨਾਂ ਕੋਲ ਸਿਰਫ ਇਹੀ ਹੱਕ ਆ, ਔਰ ਇਹਨਾਂ ਨੂੰ ਜਾਇਦਾਦ ਵੇਚਣ ਦਾ ਜਾਂ ਲੋਨ ਲੈਣ ਦਾ ਜਾਂ ਕੁਝ ਵੀ ਕਰਨ ਦਾ ਇਹਨਾਂ ਕੋਲ ਕੋਈ ਹੱਕ ਨਹੀਂ ਹੈ। ਉੱਥੋਂ ਜੇ ਕਿਸੇ ਨੇ, ਕਈਆਂ ਦੀ ਇੱਛਾ ਹੁੰਦੀ ਵੀ ਮੈਂ ਹੁਣ ਜਿਹੜਾ ਬੰਦਾ ਭਲੇ ਵੇਲੇ ਚ ਆਇਆ, ਜ਼ਮੀਨ ਹੁੰਦੀ ਨਹੀਂ ਸੀ, ਉਹਦੀ ਇੱਛਾ ਵੀ ਕਿਤੇ 10 ਖੇਤ ਪਿੰਡ 'ਚ ਹੋਣ ਤਾਂ ਨਜ਼ਾਰਾ ਆ ਜਾਏ, ਹਾਂਜੀ ਉਹ ਖਰੀਦ ਕੇ ਵੀ ਦੇ ਸਕਦੇ? ਹਾਂਜੀ ਲੋਕ ਲੈ ਰਹੇ ਨੇ, ਐਸੀ ਨਹੀਂ ਗੱਲ ਹੈਗੀ। ਇੰਨਾ ਨਹੀਂ ਹੈ ਵੀ ਜੇ ਅਸੀਂ ਕਹੀਏ ਵੀ ਕੰਪਲੀਟਲੀ ਸਾਰਾ ਪੰਜਾਬ ਬਾਹਰ ਨੂੰ ਦੌੜਾ ਆਉਂਦਾ, ਵਿੱਚ ਲੋਕ ਹੈਗੇ ਨੇ ਅੱਜ ਵੀ। ਇੱਕ ਮੇਰੇ ਕੋਲ ਸਵੇਰੇ ਆਲਟੀ ਆਈ ਸੀਗੀ, ਬੇਸ਼ੱਕ ਪੈਲੀਆਂ ਤੋਂ 4 ਕਿੱਲੇ ਲੈ ਰਹੇ ਨੇ, ਪਰ ਉਹ ਲੈ ਰਹੇ ਨੇ। ਅੱਛਾ। ਹਾਂ ਉਹਨਾਂ ਦੀ ਇੱਛਾ। ਹਾਲੇ ਜਿਸ ਕਾਰਨ ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ, ਐਟਲੀਸਟ ਜਿਹੜੀ ਮੇਰੇ ਵਾਲੀ ਪੀੜ੍ਹੀ ਆ ਜਾਂ ਤੁਹਾਡੇ ਵਾਲੀ ਪੀੜ੍ਹੀ, ਮੈਂ ਤਾਂ ਕਹਿ ਲੂੰ ਵੀ ਆਰ ਵੈਰੀ ਮੱਚ ਕਨੈਕਟਡ। ਬਿਲਕੁਲ ਨਾ ਸ਼ੱਕ। ਮੈਂ ਤਾਂ ਰੋਜ਼ ਦੁਆਵਾਂ ਕਰਦਾ ਕਿ ਮੇਰਾ ਪੰਜਾਬ ਖੁਸ਼ਹਾਲ ਹੋਵੇ, ਅਸੀਂ ਉੱਥੇ ਜਾ ਕੇ ਜ਼ਿਆਦਾ ਟਾਈਮ ਬਿਤਾਈਏ, ਅਸੀਂ ਉੱਥੇ ਜਾ ਕੇ ਇਨਵੈਸਟ ਵੀ ਪੈਸਾ ਕਰੀਏ, ਰੁਜ਼ਗਾਰ ਵੀ ਪੈਦਾ ਕਰੀਏ, ਪਰ ਵਾਹਿਗੁਰੂ ਕਰੇ ਕੰਮ ਹੋ ਜਾਏ ਕਿਤੇ। ਜੀ। ਬਾੜ ਸਾਹਿਬ ਜਿਹੜੀ ਕਈ ਵਾਰੀ ਵੰਡ ਹੁੰਦੀ ਆ, ਇੱਕ ਪਰਿਵਾਰ ਦੇ ਵਿੱਚ 4 ਭਰਾ ਆ ਜਾਂ 4 ਭੈਣਾਂ ਭਰਾ ਆ, ਇੱਕ ਇੰਗਲੈਂਡ 'ਚ ਆ, ਇੱਕ ਅਮਰੀਕਾ 'ਚ ਆ, ਇੱਕ ਕੈਨੇਡਾ 'ਚ ਆ, ਉਹ ਚਾਹੁੰਦੇ ਆ ਕਿ ਸਾਡੀ ਸਧਾਰਨ ਬਣਦੀ ਹੈਗੀ ਆ ਵੀ ਕੋਈ ਵੰਡ ਬਰਾਬਰ ਕਿਸੇ ਤਰੀਕੇ ਦੇ ਨਾਲ ਕਾਨੂੰਨੀ ਤੌਰ ਤੇ ਉੱਥੇ ਸਾਰਾ ਲੱਭ ਕੇ ਹੋ ਜਾਵੇ, ਉਹਦਾ ਹੱਲ ਹੋ ਜਾਂਦਾ ਜੀ? ਹਾਂਜੀ ਬਿਲਕੁਲ। ਜੇ ਇੱਕ ਇੰਗਲੈਂਡ 'ਚ ਆ, ਇੱਕ ਆਸਟ੍ਰੇਲੀਆ 'ਚ ਆ, ਇੱਕ USA 'ਚ ਬੈਠਾ, ਇੱਕ ਸਰੀ ਬੈਠਾ, 4 ਉਹਦੇ ਹਿੱਸੇਦਾਰ ਨੇ, ਬਾਪੂ ਹੈਗਾ ਆ, ਜ਼ਿਆਦਾਤਰ ਬਾਪੂ ਦੇ ਨਾਂ ਜ਼ਮੀਨ ਹੁੰਦੀ ਆ, ਜਾਂ ਬਾਪੂ ਨਹੀਂ ਵੀ ਹੈਗਾ ਆ, ਦੁਨੀਆ ਨੂੰ ਅਲਵਿਦਾ ਕਹਿ ਗਿਆ, ਤੇ ਉਹ 4 ਜਣੇ ਆਪੋ ਆਪਣੇ ਜਿੱਥੇ ਵੀ ਬੈਠੇ ਨੇ ਉੱਥੇ ਬੈਠਣ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਹ ਸਰਵਿਸ ਇੱਕ ਪੈਕੇਜ ਬਣਾ ਕੇ, ਫਿਰ ਵੈਲਿਊ ਦੇ ਤੇ ਨਕਸ਼ਾ ਡਰਾਇੰਗ ਕਰਾ ਕੇ, ਫਿਰ ਸਾਰਿਆਂ ਦੀ ਅਪਰੂਵਲ ਲੈ ਕੇ, ਹੋਲ ਪਾਰਟੀ 4 ਦੀਆਂ 4 ਜਾਂ 6 ਦੀਆਂ 6, ਮੈਂ 13 ਬੰਦਿਆਂ ਦੀਆਂ ਜਿਹੜੀ ਪਾਰਟੀਸ਼ਨ ਕਰਵਾਈ, ਜਿਸ 'ਚ 13 ਪਾਰਟੀਆਂ ਇਨਵੋਲਵ ਸਨ। ਸੋ ਉਹਨਾਂ ਦੀ ਸਾਰਿਆਂ ਦੀ ਲਿਖਤੀ ਰੂਪ ਤੇ ਵਕੀਲ ਦੇ ਜਾ ਕੇ ਉਹ ਨਕਸ਼ੇ ਤੇ ਸਾਈਨ ਕਰਵਾ ਕੇ ਵੀ ਐਕਸੈਪਟ ਆਲ ਦੈਟ, ਫਿਰ ਅਸੀਂ ਉਹਨੂੰ ਤਹਿਸੀਲੇ ਜਮ੍ਹਾਂ ਕਰਾ ਕੇ ਪਟਵਾਰੀ ਕਾਨੂੰਗੋ ਤੇ ਤਹਿਸੀਲਦਾਰ ਨੂੰ ਨਾਲ ਰਲ ਕੇ ਫਿਰ ਅਸੀਂ ਉਹਨਾਂ ਦੇ ਵੱਖਰੇ ਖਾਤੇ ਕਰਾ ਦਿੰਦੇ, ਫਿਰ ਵੱਖਰੀਆਂ ਬੱਟਾਂ ਵੀ ਪਾ ਦੇਈਆਂ ਵੀ ਆਹ ਭਾਈ ਇੱਕ ਦਾ, ਦੂਏ ਦਾ, ਤੀਏ ਦਾ, ਚੌਥੇ ਦਾ।
ਤੇ WhatsApp ਜਿਹੜੇ ਕਈ ਜਿਹੜੇ ਤੁਹਾਡਾ ਮਤਲਬ ਆਬਜ਼ਰਵੇਸ਼ਨ ਕੀ ਹੈ ਉੱਥੇ ਲੋਕ ਕਿੰਨੇ ਜਿਹੜੇ ਘਰ ਜੱਦੀ ਹੈਗੇ ਆ ਉਹਨੂੰ ਰੱਖ ਰਹੇ ਆ ਜਾਂ ਲੋਕ ਜ਼ਿਆਦਾ ਵੇਚ ਰਹੇ ਆ ਜ਼ਿਆਦਾ ਖਰੀਦ ਰਹੇ ਆ ਜੀ? ਨਹੀਂ, ਵੈਸੇ ਜਿਹੜੇ ਜਾਇਦਾਦ ਵੇਚ ਰਹੇ ਨੇ ਉਹ ਵੀ ਜਿਹੜੇ ਮੇਰੇ ਤੋਂ ਵੀ 5-7 ਸਾਲ 10 ਸਾਲ ਵੱਡੀ ਉਮਰ ਦੇ ਜ਼ਿਆਦਾ ਉਹੀ ਜਾਇਦਾਦ ਵਿਕ ਰਹੀ ਆ। ਅੱਛਾ ਜੀ। ਕਿਉਂ? ਉਹ ਬੱਚਿਆਂ ਦਾ ਤੁਸੀਂ ਵੀ ਜ਼ਿਕਰ ਕੀਤਾ, ਬੱਚਿਆਂ ਦਾ ਬਹੁਤਾ ਇੰਟਰਸਟ ਨਹੀਂ ਆ। ਪਰ ਜਦੋਂ ਵੇਚਦੇ ਨੇ ਉਹ ਬਸ ਪਹਿਲੀ ਸੱਟੇ ਗੱਲ ਜ਼ਰੂਰ ਕਹਿੰਦੇ ਵੀ ਬਾਕੀ ਸਾਰੀ ਵੇਚ ਦਿਓ, ਘਰ ਨਹੀਂ ਵੇਚਣਾ। ਕਿਉਂ? ਉਹਨਾਂ ਦਾ ਫਿਰ ਵੀ ਉੱਥੇ ਉਹ ਜੋੜ ਕੇ ਰੱਖਣਾ ਚਾਹੁੰਦੇ ਨੇ ਵੀ ਮੇਰਾ ਪਿੰਡ 'ਚ ਘਰ ਹੋਵੇ, ਜਿੱਦਾਂ ਦਾ ਵੀ ਬੜਾ ਹੋਵੇ ਛੋਟਾ ਹੋਵੇ, ਉਹਨਾਂ ਦਾ ਲਗਾਓ ਹੈਗਾ ਆ। ਤੇ ਅਸੀਂ ਵੀ ਜੇ ਨਾਲ ਬੱਚੇ ਵੀ ਆਏ ਹੋਣ ਤਾਂ ਬਹੁਤੀ ਵਾਰੀ ਇਹ ਕਹਿੰਦੇ ਹੁੰਦੇ ਵੀ ਬਾਪੂ ਦਾ ਮਨ ਖੁਸ਼ ਰੱਖੋ, ਇਹ 10-20 ਲੱਖ ਰੁਪਈਆ ਹੋਰ ਘਰ ਦਾ ਵੀ ਆ ਜਾਏਗਾ ਤੇ ਏਡੀ ਕੀ ਹੋਣੀ ਆ, ਬਾਅਦ 'ਚ ਵੇਚ ਲਿਓ। ਸੋ ਮੈਜੋਰਟੀ ਪੀਪਲ ਜਿਹੜੇ ਆਪਣੇ ਰੈਜ਼ੀਡੈਂਸ ਜਿਹੜੇ ਉਹਨਾਂ ਦੇ ਘਰ ਨੇ ਉਹ ਰੱਖ ਕੇ ਹੀ ਖੁਸ਼ ਨੇ। ਤੇ ਇੱਕ ਵਸੀਅਤ ਦਾ ਮਸਲਾ ਹੁੰਦਾ ਕਈ ਵਾਰੀ ਵੀ ਕੋਈ ਚੜ੍ਹਾਈ ਕਰ ਜਾਂਦਾ ਉਹਦੇ ਤੋਂ ਬਾਅਦ ਵੰਡ ਵਡਾਈਏ ਦਾ ਚੱਕਰ ਪੈਂਦਾ, ਵਸੀਅਤ ਵਾਲੇ ਕੇਸ ਨੂੰ ਤੁਸੀਂ ਹੱਲ ਕਰਦੇ ਹੋ, ਉਸ ਕਿਸਮ ਨਾਲ ਡੀਲ ਕਰਦੇ ਹੋ? ਹਾਂਜੀ, ਵਸੀਅਤ ਥੋੜਾ ਜਿਹਾ ਜਸਕਾਨ ਇੱਥੇ ਮੈਂ ਕਲੈਰੀਫਿਕੇਸ਼ਨ ਫੇਰ ਕਰ ਦੇਣਾ ਜੀ। ਕੋਈ ਟਾਈਮ ਹੁੰਦਾ ਸੀਗਾ ਜਦੋਂ ਅਸੀਂ ਇੱਥੋਂ ਵਸੀਅਤ ਤੇ ਮੈਂ ਡਰਾਇੰਗ ਕਰ ਦਿੰਦਾ, ਮੈਂ ਲਿਖ ਦਿੰਦਾ, ਫਿਰ ਅਸੀਂ ਇੱਥੋਂ ਵਕੀਲ ਦੇ ਜਾਂਦੇ ਸੀ ਜੀ, ਤੇ ਫਿਰ ਅਸੀਂ ਉੱਥੋਂ ਕੌਂਸਲ ਜਨਰਲ ਦੇ ਉਹਨੂੰ ਟੈਸਟ ਕਰਵਾ ਲੈਂਦੇ ਸੀ। ਅੱਛਾ ਜੀ। ਤਾਂ ਉਹ ਵਸੀਅਤ ਵੈਲਿਡ ਹੋ ਜਾਂਦੀ ਸੀ ਜੀ। ਹੁਣ ਰੀਸੈਂਟਲੀ ਥੋੜੀ ਚੇਂਜ ਉਹਦੇ ਵਿੱਚ ਆਈ ਆ ਕਿ ਉਹ ਵਸੀਅਤ ਜਿਹੜੀ ਆ ਉਹ ਤਹਿਸੀਲਦਾਰ ਦੇ ਜਾ ਕੇ ਮੋਹਰੇ ਪੇਸ਼ ਹੋਣਾ ਪੈਂਦਾ ਜੀ, ਉੱਥੇ ਰਜਿਸਟਰ ਕਰਾਉਣੀ ਪੈਂਦੀ ਆ, ਕਮਿਸ਼ਨਰ ਦੇ ਰਜਿਸਟਰ ਕਰਾਉਣੀ ਪੈਂਦੀ ਆ ਜੀ। ਉਹ ਥੋੜੀਆਂ ਦਿੱਕਤਾਂ ਜ਼ਰੂਰ ਆ ਰਹੀਆਂ ਹਾਲੇ, ਅਸੀਂ ਉੱਤੇ ਵੈਸੇ ਹੋਰ ਵਰਕ ਕਰ ਰਹੇ ਆ ਵੀ ਇਹਦਾ ਹੋਰ ਸੋਲੂਸ਼ਨ ਕੀ ਲੱਭ ਸਕਦੇ ਆ। ਕਿਉਂ ਜੇ ਇੱਥੇ 85 ਸਾਲ ਦਾ ਬਜ਼ੁਰਗ ਆ, ਉਹ ਵਸੀਅਤ ਉਹ ਲਿਖਣੀ ਚਾਹੁੰਦਾ ਹੈ, ਪਰ ਉਹ ਵਸੀਅਤ ਜਿਹੜੀ ਆ ਪੰਜਾਬ ਦੇ ਵਿੱਚ ਕਿਸੇ ਵੀ ਤਹਿਸੀਲੇ ਰਜਿਸਟਰਡ ਕਿੱਦਾਂ ਕਰਾਈ ਜਾਵੇ, ਇਟਸ ਸਮਥਿੰਗ ਨਿਊ, ਇਟਸ ਅ ਚੈਲੰਜ ਆ। ਪਰ ਵੀ ਟਰਾਈਂਗ ਟੂ ਵਰਕ ਆਊਟ, ਟਰਾਈਂਗ ਟੂ ਫਾਈਂਡ ਆਊਟ ਇਹਦਾ ਹੱਲ ਅਸੀਂ ਕੀ ਲੱਭ ਸਕਦੇ ਆ, ਕਾਨੂੰਨ ਦੇ ਵਿੱਚ ਕਿੱਥੇ ਅਣਜੜਿਆ ਜਾਂ ਇੱਕ ਐਵੇਂ ਕਾਨੂੰਨ ਬਣਾ ਕੇ ਰੱਖਤਾ ਹੈਗਾ ਆ। ਸੋ ਲੈਟਸ ਸੀ ਵਾਟ ਹੈਪਨ। ਤੇ ਜਿਹੜੀ WhatsApp ਕਿਸੇ ਦਾ ਰਿਕਾਰਡ ਲੱਭਣਾ ਉੱਥੇ, ਮਤਲਬ ਜਿਹੜਾ ਬੰਦਾ ਵੀ ਇੱਥੋਂ ਜਾਂਦਾ ਪਟਵਾਰੀ ਨਹੀਂ ਮਿਲਦਾ, ਪਟਵਾਰੀ ਕਿਤੇ ਹੁੰਦਾ, ਸਾਨੂੰ ਆਫਿਸਿਸ ਦਾ ਨਹੀਂ ਪਤਾ ਹੁੰਦਾ, ਵਸੀਅਤ ਲੈਣੀ ਆ ਉਹਦੇ ਕੋਲੋਂ, ਉੱਥੇ ਕਈ ਮਤਲਬ ਉਹ ਤੁਸੀਂ ਹੈਂਡਲ ਕਰ ਲੈਂਦੇ ਹੋ ਉੱਥੋਂ ਜੀ ਜਿਹੜਾ ਵੀ ਸਾਰਾ? ਹਾਂ ਪੁੱਤਰ, ਜਿਹੜਾ ਇਹ ਬਿਜ਼ਨਸ ਹੈ, ਮੈਂ ਤਾਂ ਬਹੁਤ ਵਾਰੀ ਤੁਹਾਡੇ ਚੈਨਲ ਤੇ ਵੀ ਆ ਕੇ ਕਹਿ ਹਟਿਆ ਭਾਈ ਅਸੀਂ ਇੱਕ ਮਤਲਬ ਸਮੋਸੇ ਵੇਚਣੇ ਕੋਈ ਮਾੜੀ ਗੱਲ ਨਹੀਂ, ਜੇ ਸਮੋਸੇ ਵੇਚਣ ਦੀ ਇੱਕ ਦੁਕਾਨ ਖੋਲਦੀ ਤਾਂ ਦਿਨਾਂ 'ਚ ਹੀ 5 ਹੋਰ ਖੁੱਲ ਜਾਂਦੀਆਂ। ਬਿਲਕੁਲ। ਕਿਉਂ ਨਹੀਂ NRI ਪ੍ਰਾਪਰਟੀ ਨੂੰ ਮੈਨੇਜ ਕਰਨ ਦੀਆਂ ਹੋਰ ਦੁਕਾਨਾਂ ਖੁੱਲਦੀਆਂ? ਮੈਂ ਤਾਂ ਬਹੁਤ ਕਹਿੰਦਾ ਵੀ ਇੰਨਾ ਕੁ ਰਸ਼ ਆ, ਇੰਨੇ ਕੁ ਲੋਕ ਲੋੜਵੰਦ ਨੇ। ਹਾਂ, ਇਹ ਮੰਨਣਾ ਪਊਗਾ ਇੱਕ ਸਾਫ਼ ਸੁਥਰਾ ਬਿਜ਼ਨਸ ਕਰਨ ਲਈ ਤੁਹਾਨੂੰ ਉਸ ਮੁਕਾਮ ਤੇ ਪਹਿਲਾਂ ਪਹੁੰਚਣਾ ਪੈਣਾ। ਇਟਸ ਨਾਟ ਈਜ਼ੀ ਜੌਬ। ਫਰਦ ਕੱਢਣੀ ਵੀ 2 ਬੰਦਿਆਂ ਦੀ, ਕੋ 2 ਜਾਣਗੇ ਤਹਿਸੀਲ ਤੇ ਸਾਰੀ ਦਿਹਾੜੀ ਲੱਗ ਜਾਂਦੀ ਹੈ। ਪੱਕੀ ਗੱਲ ਹੈ ਜੀ। ਰਾਈਟ। ਫਿਰ ਪਟਵਾਰੀ ਦੇ ਮਗਰ ਗੇੜੇ, ਤਹਿਸੀਲਦਾਰ ਦੇ ਮਗਰ ਗੇੜੇ, ਕਾਨੂੰਗੋ ਸਾਹਿਬ ਦੇ ਗੇੜੇ। ਸੋ ਇਹ ਹਾਂ ਸਾਡੇ ਕੋਲ ਮੈਨ ਪਾਵਰ ਆ, ਅਸੀਂ ਉਹਨੂੰ ਬੇਸ ਔਨ ਕੈਨੇਡੀਅਨ ਐਕਸਪੀਰੀਅੰਸ ਹਾਊ ਟੂ ਰਨ ਬਿਜ਼ਨਸ। ਸੋ ਗੋਡ ਬਲੈਸਿੰਗ, ਵਧੀਆ ਚੱਲ ਰਿਹਾ ਹਰੇਕ ਕੰਮ ਆਪਾਂ ਕੋ ਕਰਾਉਣ ਦੀ, ਜਾਂ ਇਹ ਕਹਿ ਲਓ ਵੀ ਆਪਣੀ ਮੈਨ ਪਾਵਰ ਐਟਲੀਸਟ ਮੈਂ ਕਹੂੰਗਾ ਪੰਜਾਬ ਤੇ ਦਿੱਲੀ, ਅਸੀਂ ਦਿੱਲੀ ਨੂੰ ਵੀ ਕਾਫੀ ਕਵਰ ਕਰਦੇ ਹਾਂ, ਜ਼ਿਆਦਾ ਰੈਜ਼ੀਡੈਂਸ਼ਲੀ ਆ। ਅੱਛਾ ਜੀ। ਤੇ ਕੁਝ ਪਾਰਟ ਹਰਿਆਣੇ ਦੇ ਜਿਹੜੇ ਅਸੀਂ ਕਵਰ ਕਰਨੇ ਸ਼ੁਰੂ ਕਰ ਦਿੱਤੇ ਨੇ, ਕਿਉਂ ਅਸੀਂ ਸਲੋਲੀ ਉਹਨੂੰ ਲੈ ਰਹੇ ਹਾਂ ਜਿੰਨਾ ਕਿ ਅਸੀਂ ਮੈਨੇਜ ਕਰ ਸਕਦੇ। ਅਸੀਂ ਓਵਰ ਵਰਕ ਨਹੀਂ ਲੈਂਦੇ ਹੈਗੇ, ਕਿਉਂ ਅਸੀਂ ਆਪ ਵੀ ਫਿਰ ਸਟ੍ਰੈਸ ਹੁੰਦੀ ਆ ਤੇ ਲੋਕ ਵੀ ਵੇਟ ਕਰਦੇ, ਅਸੀਂ ਚੰਗਾ ਨਹੀਂ ਸਮਝਦੇ। ਸੋ ਇਹ ਜਿਹੜੇ ਸਾਰੇ ਕੰਮਕਾਰ ਹੈਗੇ ਨੇ, it takes time, it takes a lot of hassle, but it's doable। ਅਸੀਂ ਬੜੇ ਕਰਾ ਰਹੇ ਨੇ, ਉਹ ਬਹੁਤ ਸਾਰੇ ਤੁਹਾਡੇ ਦਰਸ਼ਕ ਦੇਖ ਵੀ ਰਹੇ ਨੇ ਜਿਨ੍ਹਾਂ ਨੇ ਆਹ ਪਿਛਲੇ 12 ਮਹੀਨਿਆਂ ਦੇ ਵਿੱਚ ਕਿੰਨੀਆਂ ਰਜਿਸਟਰੀਆਂ ਹੋਈਆਂ, ਕਿੰਨਿਆਂ ਦਾ ਪੈਸਾ ਧੇਲਾ ਵੀ ਬਾਹਰ ਆ ਗਿਆ, ਤੇ ਦੇ ਆਰ ਵੈਰੀ ਹੈਪੀ ਵਿਦ ਇਟ। ਤੇ WhatsApp ਇਹ ਫਿਰ ਜਿਹੜਾ ਉੱਥੋਂ ਇਨਕਮ ਜਿਹੜੀ ਪੈਸਾ ਇੱਧਰ ਟ੍ਰਾਂਸਫਰ ਕਰਨਾ, ਉਹ ਇੱਧਰਲੇ ਬੈਂਕ ਅਕਾਊਂਟ ਦੇ ਵਿੱਚ ਹੀ ਆ ਜਾਂਦਾ, ਤੇ ਇਹ ਫਿਰ ਟੈਕਸ ਉਹਦੇ ਤੇ ਲੱਗਣਾ ਜਾਂ ਨਹੀਂ ਲੱਗਣਾ, ਮਤਲਬ ਕਹਿਣ ਦਾ ਭਾਵ ਇਹ ਸਾਰਾ ਇੱਕ ਨੰਬਰ ਦੇ ਵਿੱਚ ਸਿੱਧਾ ਤਰੀਕਾ ਹੁੰਦਾ ਜੀ? ਹਾਂਜੀ, ਉਹਦਾ ਇਦਾਂ ਹੈ ਜੀ, ਜੇ ਆਪਾਂ ਨੂੰ ਉੱਥੋਂ, ਮੈਂ ਹੀ ਨਹੀਂ ਕਹਿ ਰਿਹਾ ਵੀ ਉੱਥੇ ਸਾਰੀਆਂ ਪ੍ਰਾਪਰਟੀਆਂ ਨਾਨ ਟੈਕਸੇਬਲ ਆ ਜੀ। ਜੇ ਅਸੀਂ ਉੱਥੋਂ ਸਾਨੂੰ ਰੈਵਨਿਊ ਏਜੰਸੀ ਤੋਂ ਉਹਦੀ ਚਿੱਠੀ ਅਸੀਂ ਕਢਵਾ ਲੈਂਦੇ ਆ, ਦ ਪ੍ਰਾਪਰਟੀ ਦੀ ਜਿਹੜੀ ਪ੍ਰੋਸੀਡ ਆ ਇਸ ਨਾਨ ਟੈਕਸੇਬਲ ਆ, ਕਲੀਅਰੈਂਸ ਇਹਨੂੰ ਕਹਿ ਦਿੰਦੇ ਆ। ਫਿਰ ਉਹ ਪੈਸੇ ਜਦ ਤੁਹਾਡੀ ਬੈਂਕ ਦੇ ਵਿੱਚ ਆ ਜਾਂਦੇ ਨੇ, ਫਿਰ ਕੈਨੇਡਾ ਗਵਰਨਮੈਂਟ ਦੀ ਤੇ ਇੰਡੀਆ ਦੀ ਗਵਰਨਮੈਂਟ ਦੀ ਇੱਕ ਟ੍ਰੀਟੀ ਆ, ਜਿਹਦੇ ਅੰਡਰ ਇੱਕ ਇਹਨਾਂ ਦਾ ਆਸ ਵਿੱਚ ਹੀ ਸਮਝੌਤਾ ਹੈ, ਜਿਹਦੇ ਵਿੱਚ ਇਹ ਜਿਹੜਾ ਪੈਸਾ ਆ ਤੁਹਾਡੀ ਜੱਦੀ ਜਾਇਦਾਦ ਦਾ ਵੇਚਿਆ ਪੈਸਾ ਜਿਹੜਾ ਹੈ, ਜਾਂ ਕੈਪੀਟਲ ਗੇਨ ਵੀ ਇਹਨੂੰ ਇੱਥੇ ਆਪਾਂ ਕਹਿ ਦਿੰਦੇ ਹਾਂ, ਫਿਰ ਤੁਹਾਨੂੰ ਇੱਥੇ ਆ ਕੇ ਕਿ ਤੁਹਾਡੇ ਕੋਲ ਕਲੀਅਰੈਂਸ ਲੈਟਰ ਹੈ ਵੀ ਮੈਂ ਜਾਇਦਾਦ ਆਪਣੀ ਜੱਦੀ ਜਾਇਦਾਦ ਵੇਚ ਕੇ ਲਿਆਂਦੀ ਆ,
ਜੇ ਤੁਹਾਨੂੰ ਬੈਂਕ ਕੁਐਸਚਨ ਕਰਦੀ ਵੀ ਤਾਂ ਉਹਨੂੰ ਚਿੱਠੀ ਦੇ ਦਿਓ, ਇਸ ਨਾਨ ਟੈਕਸੇਬਲ, ਫਿਰ ਤੇ ਟੈਕਸ ਨਹੀਂ ਲੱਗਦਾ ਜੀ ਜੀ। ਤੇ ਬਾਠ ਸਾਹਿਬ ਜਿਹੜੀ ਡਾਕੂਮੈਂਟ ਤੁਹਾਡੇ ਤੱਕ ਕਿੱਦਾਂ ਪਹੁੰਚਦੇ ਆ, ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਹੁੰਦੇ ਆ ਇਹ ਸਾਰੇ ਕੁਝ ਨੂੰ ਸ਼ੁਰੂ ਕਰਨ ਤੋਂ, ਤੇ ਤੁਹਾਡੀ ਜਿਹੜੀ ਕੋਈ ਵੀ ਬੰਦਾ ਤੁਹਾਡੇ ਚਾਰजेस ਤੁਹਾਡੀ ਫੀਸ ਕਿੱਥੇ ਜਾ ਕੇ ਲਾਗੂ ਹੁੰਦੀ ਆ, ਕਿੱਥੇ ਤੱਕ ਤੁਸੀਂ ਉਹਦੀ ਅਸੈਸਮੈਂਟ ਜਾਂ ਉਹਨੂੰ ਸਲਾਹ ਜਿਹੜੀ ਦੇ ਸਕਦੇ ਹੋ? ਦੇਖੋ ਜੀ ਜਸਕਾਨ, ਇਹ 'ਚ ਦੋ ਗੱਲਾਂ ਨੇ ਪੁੱਤਰ। ਇਸ ਨੈਚੁਰਲੀ ਇਸ ਕਾਸਟ ਕੁਆਰੇ ਬੈਟ ਮਨੀ ਉੱਥੇ ਦੇਣ ਲੈਣ 'ਚ ਬੜਾ ਪੈਸਾ ਲੱਗ ਜਾਂਦਾ। ਮੇਰੀ ਕੋਈ ਦੀ ਫੁੱਲ ਇੱਛਾ ਇਹ ਨਹੀਂ ਆ ਵੀ ਮੇਰੇ ਵਿੱਚੋਂ ਹੀ ਸਾਰੇ ਦੇ ਸਾਰੇ ਪੈਸੇ ਬਣਾਉਣੇ ਨੇ। ਅਸੀਂ ਬਹੁਤ ਸਾਰੇ ਦਰਸ਼ਕ ਜਾਣਦੇ ਵੀ ਨੇ, ਸਾਨੂੰ ਫੋਨ ਕਰੋ, ਅਸੀਂ ਫੋਨ ਤੇ ਗੱਲ ਕਰਦੇ ਹਾਂ, ਤੁਸੀਂ ਇੱਕ ਵਾਰੀ ਆ ਜਾਓ, 2 ਵਾਰੀ ਆ ਜਾਓ, 4 ਵਾਰੀ ਆ ਜਾਓ, ਅਸੀਂ ਤੁਹਾਡੀ ਹਰ ਪਹਿਲੂ ਤੋਂ ਤੁਹਾਡਾ ਕੀ ਹੋ ਸਕਦਾ ਉਹ ਤੁਹਾਨੂੰ ਦੱਸ ਸਕਦੇ। ਕੋਈ ਚਾਰजेस ਨਹੀਂ ਉਹਦੇ। ਮੇਰੇ ਕੋਲ ਨਾਲ ਸਟਾਫ ਰੱਖਿਆ, ਬੜੇ ਹੁਣ ਤਾਂ ਟ੍ਰੇਨਡ ਹੋਏ ਨੇ, ਉਹ ਸਾਡੀ ਆਨਸਰ ਕਰ ਦਿੰਦੇ ਨੇ ਸਾਰੇ। ਫਿਰ ਅਸੀਂ ਜਦੋਂ ਅਖੀਰ ਤੇ ਉਹਨਾਂ ਨੂੰ ਅਸੀਂ ਦੱਸਦੇ ਵੀ ਆਹ ਤੁਹਾਡਾ ਕੰਮ ਆ, ਬੇਸ਼ੱਕ ਉਹ ਪਾਰਟੀਸ਼ਨ ਆ, ਬੇਸ਼ੱਕ ਉਹ ਤੁਹਾਡਾ ਕੋਈ ਟੈਨਰ ਦੇ ਨਾਲ ਚੱਕਰ ਆ, ਜਾਂ ਤੁਸੀਂ ਜ਼ਮੀਨ ਵੇਚਣੀ ਆ, ਜਾਂ ਹੋਰ ਕੋਈ ਇਦਾਂ ਦਾ ਨਾਲ ਰਿਲੇਟਡ ਹੈਗਾ ਆ। ਕਈ ਵਾਰੀ ਹੋਰ ਨਹੀਂ ਹੋਰ ਤੇ ਜਿਹੜੀ ਮੋਟਰ ਹੀ ਖੇਤਾਂ 'ਚ ਲੱਗੀ ਉਹਦਾ ਕਈ ਵਾਰੀ ਇਸ਼ੂ ਬਣ ਜਾਂਦਾ ਵੀ ਕਿਹਦੇ ਨਾਂ ਤੇ ਕਿਹਦੇ ਨਾਲ ਟ੍ਰਾਂਸਫਰ ਕਰਨੀ। ਫਿਰ ਅਸੀਂ ਉਹ ਸਾਰੇ ਪੈਕੇਜ ਬਣਾ ਕੇ ਫਿਰ ਅਸੀਂ ਉਹਦੇ ਮੋਹਰੇ ਲਿਖ ਦਿੰਦੇ ਵੀ ਆਹ ਤੁਹਾਡੀ ਕਾਸਟ ਆ। ਤੇ ਫਿਰ ਉਹਨਾਂ ਨੂੰ ਐਜ਼ ਤੁਹਾਨੂੰ ਸ਼ਾਇਦ ਯਾਦ ਹੋਣਾ, ਆਪਣੀ ਇੱਕ ਵਾਰੀ ਇੰਟਰਵਿਊ ਤੇ ਵੀ ਗੱਲ ਹੋਈ ਸੀ, ਮੈਂ ਤਾਂ ਜਿਹੜੇ ਲੋਕ ਕਾਰ ਵੀ ਲੈਣ ਆਉਂਦੇ ਨਾ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਕਾਰ ਅੱਜ ਦੇਖ ਜਾਓ, ਘਰ ਜਾਓ, ਕੱਲ ਨੂੰ ਆਇਓ, ਅੱਜ ਨਾ ਲੈ ਕੇ ਜਾਇਓ, ਟੇਕਸ ਟਾਈਮ, ਇੱਕ ਦਿਨ ਹੱਥ 'ਚ ਰੱਖੋ। ਸੋ ਇਸ ਤਰ੍ਹਾਂ ਇੰਡੀਆ ਦਾ ਉਹ ਵੀ ਵੱਡੇ ਡਿਸੀਜਨ ਹੁੰਦੇ ਨੇ, ਔਰ ਜ਼ਿਆਦਾ ਉਹਦੇ ਵਿੱਚ ਜਸਕਾਨ ਜਿਹੜੀ ਆਈ ਐਮ ਵੈਰੀ ਹੈਪੀ, ਜਿਹੜਾ ਟਰਸਟ ਲੋਕਾਂ ਦੇ ਵਿੱਚ ਬਣਾ ਕੇ ਰੱਖਣਾ ਉਹ ਬਹੁਤ ਜ਼ਰੂਰੀ। ਮੈਂ ਤੇ ਕੈਨੇਡਾ ਦੇ ਵਿੱਚ ਜਿਹੜੇ ਮੇਰੇ ਬਿਜ਼ਨਸ ਉਹਨਾਂ 'ਚ ਵੀ ਬੱਚਿਆਂ ਨੂੰ, ਤੁਸੀਂ ਅਕਸਰ ਇੱਥੇ ਆਉਂਦੇ ਆ, ਬੱਚਿਆਂ ਨੂੰ ਕਹਿੰਦਾ ਪੈਸੇ ਮਗਰ ਨਹੀਂ ਜਾਣਾ, ਇੱਜ਼ਤ ਮਗਰ ਜਾਣਾ। ਵੀ ਇੱਜ਼ਤ ਕੀ ਹੁੰਦੀ, ਉਹਦੀ ਵੈਲਿਊ ਬਹੁਤ ਹੈ। ਹੁਣ ਇਹ ਜਿਹੜੇ ਕੰਮ ਨੇ ਇਹ ਕਿਤੇ ਨਾ ਕਿਤੇ ਜਾ ਕੇ ਤਾਂ ਵਿਸ਼ਵਾਸ ਤੇ ਹੀ ਹੋਣੇ ਨੇ ਨਾ। ਜੇ ਵਿਸ਼ਵਾਸ ਤੁਸੀਂ ਬਣਾ ਕੇ ਰੱਖਾਂਗੇ ਅਸੀਂ, ਤੇ ਮੈਂ ਜੇ ਕਿਸੇ ਦਾ ਕਰੋੜ 2 ਕਰੋੜ ਰੁਪਈਆ ਆ, ਤੇ ਮੇਰਾ ਖਿਆਲ ਹੈ ਤੇ ਮੈਂ ਤੇ ਦੁਨੀਆ ਤੋਂ ਨਹੀਂ ਵਿਦਾਇਗੀ ਲੈਣੀ ਚਾਹੁੰਦਾ ਇਹ ਧੱਬਾ ਲਵਾ ਕੇ ਮੈਂ 2 ਕਰੋੜ ਕਿਸੇ ਦਾ ਮਾਰ ਲਿਆ। ਸੋ ਵੈਰੀ ਸਿੰਪਲ ਇਜ਼ ਦੈਟ। ਸੋ ਜੇ ਕੰਮ ਕਰ ਦਾਂਗੇ ਪੈਸੇ ਲੈ ਲਾਂਗੇ, ਨਾ ਕੰਮ ਕਰਾਂਗੇ ਭਾਈ ਤੁਹਾਡਾ ਕੋਈ ਖਰਚ ਨਹੀਂਗਾ। WhatsApp ਆਖਰ ਦੇ ਵਿੱਚ ਸੁਨੇਹਾ ਕੋਈ ਸਾਡੇ ਦਰਸ਼ਕਾਂ ਦੇ ਲਈ ਤੇ ਕੰਟੈਕਟ ਇਨਫੋਰਮੇਸ਼ਨ ਇੱਕ ਵਾਰੀ ਦੱਸਿਓ ਜੀ। ਹਾਂਜੀ ਬਿਲਕੁਲ ਜੀ, ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਚਾਹਾਂਗਾ ਕਿ ਬਹੁਤ ਸਾਰੇ ਜਿਹੜੇ ਸਾਡੇ ਝਗੜਿਆਂ ਦੇ ਮਾਮਲੇ ਸਾਡੇ ਕੋਲ ਆਉਂਦੇ, ਉਹਦੇ ਵਿੱਚੋਂ ਇਹ ਸਿੱਖਣ ਨੂੰ ਗੱਲ ਆਉਂਦੀ ਹੈ, ਉਹ ਝਗੜੇ ਅਸੀਂ ਹੀ ਪਾਏ ਹੋਏ ਨੇ। ਪ੍ਰੋਪਰ ਟਾਈਮ ਦੇ ਸਿਰ ਜਿਹਨੂੰ ਪੈੜੀਆਂ ਵਾਹੁਣ ਨੂੰ ਦਿੱਤੀਆਂ ਨੇ, ਕੋਈ ਲਿਖ ਲਿਖਾ ਨਹੀਂ ਕੀਤਾ ਹੋਇਆ, ਫਿਰ ਉਹਦੇ ਕੋਲੋਂ 2 ਲੱਖ ਰੁਪਈਆ ਹਾਲਾ ਆਉਂਦਾ, ਉਹ ਕੈਸ਼ ਹੀ ਚੁੱਕ ਲੈਣਾ, ਕੋਈ ਰਸੀਦ ਨਹੀਂ ਉਹਦੀ। ਟਾਈਮ ਸਿਰ ਹਰੇਕ ਕੰਮ ਨੂੰ ਕਰ ਲੈਣਾ ਚਾਹੀਦਾ। ਆਪਣੇ ਭੈਣਾਂ ਭਰਾਵਾਂ ਦੀ ਮਦਦ ਕਰੋ। ਜੇ 2 ਭਰਾ ਨੇ, ਇੱਕ ਇੱਥੇ ਨੇ ਇੱਕ ਇੰਡੀਆ, ਉਹਨਾਂ ਨੂੰ ਜ਼ਮੀਨ ਵੰਡ ਲੈਣੀ ਚਾਹੀਦੀ ਆ। ਹਾਂ ਬਾਪ ਮੈਂ ਇੰਡੀਆ ਵਾਲਾ ਹੀ ਲਵੇ, ਖੇਤਾਂ ਦਾ ਜਿਹੜਾ ਅਕਾਊਂਟ ਵੱਖਰਾ ਕਰ ਲੈਣਾ ਚਾਹੀਦਾ, ਕੱਲ ਨੂੰ ਲੜਾਈ ਨਹੀਂ ਪਾਏਗੀ। ਕਲੀਅਰ ਕੱਟ ਪਤਾ ਹੋ ਕਲੀਅਰ। ਅਸੀਂ ਅਸਲ ਮੈਂ ਤੁਸੀਂ ਬਹੁਤ ਸਾਰੇ ਦਰਸ਼ਕ, ਜੇ ਅਸੀਂ ਕਿਤੇ ਘਾਟਾ ਖਾਦਾ, ਕਿਤੇ ਸੋਚ ਕੇ ਦੇਖਿਓ, ਇਸ ਗੱਲ ਨਾਲ ਹੀ ਖਾਦਾ ਭਈ ਹੋ ਚੱਲ ਕਿਹੜੀ ਗੱਲ ਆ, ਰਾਈ ਰਿਸ਼ਤੇ ਖਰਾਬ ਹੁੰਦੇ ਮੈਂ ਰੋਜ਼ ਦੇਖਦਾ। ਗੱਲ ਉਹ ਕੁਛ ਵੀ ਨਾ ਸੀ ਕਿਸੇ ਟਾਈਮ ਤੇ, ਹੁਣ ਉਹ 10 ਕਿੱਲੇ ਸਨ, ਉਦੋਂ ਉੱਥੇ ਕੁਛ ਨਾ ਸੀ, ਸੜਕ ਕੋਈ ਨਹੀਂ ਆਈ, ਹੁਣ ਇੱਕ ਸੜਕ ਆ ਗਈ ਆ ਵਿੱਚ। ਹੁਣ ਇੱਕ ਭਾਗ ਕਹਿੰਦਾ ਇੱਧਰਲਾ 5 ਕਿੱਲੇ ਮੇਰੇ ਹੀ ਆ ਜਿਹੜੇ ਸੜਕ ਨਾਲ ਲੱਗਦੇ। ਲਓ ਜੀ ਪਰਿਵਾਰ ਖਿਲਰ ਗਿਆ। ਬੜਾ ਦੁੱਖ ਲੱਗਦਾ ਜਦੋਂ ਪਰਿਵਾਰ ਖਿਲਰ ਜਾਂਦੇ ਨੇ। ਮੈਂ ਬਹੁਤ ਸਾਰੇ ਰਾਜੀਨਾਮੇ ਜਿਹੜੇ ਭਰਾ ਕੈਨੇਡਾ 'ਚ ਹੀ ਵਸਦੇ ਨੇ, ਇੱਕ ਵੈਨਕੂਵਰ ਵਸਦਾ, ਇੱਕ ਟੋਰਾਂਟੋ ਵਸਦਾ, ਬਹੁਤ ਸਾਰੇ ਉਹਨਾਂ ਦੇ ਫੈਸਲੇ ਇੱਥੇ ਹੀ ਬਿਨਾਂ ਕੋਟਾਂ ਤੋਂ ਵੀ ਵਿੱਚ ਪੈ ਕੇ ਕਰਵਾ ਦਈਦੇ ਆ। ਅਸਲੀਅਤ ਦੱਸ ਕੇ ਚੰਗਾ ਕੀ ਹੁੰਦਾ, ਟੱਬਰ ਦਾ ਟੁੱਟਣਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ। ਸੋ ਇਹ ਕੋਸ਼ਿਸ਼ ਹੁੰਦੀ ਆ। ਹੋਰ ਜਾਣਕਾਰੀ ਲਈ ਤੁਸੀਂ 6045801000 ਤੇ ਸਾਨੂੰ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਮੈਂ ਤੇ ਮੇਰਾ ਸਟਾਫ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹਰ ਸਵਾਲ ਦਾ ਜਵਾਬ ਅਸੀਂ ਦੇ ਸਕੀਏ। ਸੋ ਥੈਂਕ ਯੂ ਵੈਰੀ ਮਚ। ਬਸ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਜੀ। ਦੋਸਤੋ ਅਸੀਂ ਸੁਖੀ ਬਾਠ ਜੀ ਦੇ ਨਾਲ ਗੱਲਬਾਤ ਕੀਤੀ ਆ। ਇਹ ਬਹੁਤ ਇੱਕ ਮੈਨੂੰ ਲੱਗਦਾ ਸਾਡਾ ਸਾਰਿਆਂ ਦਾ, ਚਾਹੇ ਕੋਈ ਇੰਗਲੈਂਡ ਅਮਰੀਕਾ ਕਿਤੇ ਵੀ ਰਹਿ ਰਿਹਾ ਆ, ਬਹੁਤ ਨੇੜੇ ਦਾ ਮਸਲਾ ਆ, ਔਰ ਇਹਨੂੰ ਜ਼ਰੂਰ ਸਮਝਣਾ ਚਾਹੀਦਾ। ਤੁਸੀਂ ਸੁਖੀ ਬਾਠ ਉਹਨਾਂ ਦੀ ਮਦਦ ਲੈ ਸਕਦੇ ਹੋ। ਨਿਊ ਸੋਲਿਊਸ਼ਨਸ ਫॉर NRI ਪ੍ਰੋਪਰਟੀਜ਼, ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਕੋਈ ਚਾਰजेस ਨਹੀਂ ਹੈ, ਘੱਟੋ ਘੱਟ ਸਲਾਹ ਜ਼ਰੂਰ ਲਈ ਜਾ ਸਕਦੀ ਹੈ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।